हेलो स्टूडेंट्स, ਤੁਹਾਡੇ ਸਿਲੇਬਸ ਦਾ ਇੱਕ ਅਹਿਮ ਪਾਰਟ ਹੈ ਨਾਗਰਿਕਾਂ ਦੇ ਮੌਲਿਕ ਅਧਿਕਾਰ। ਬੇਟਾ ਆਪਣੇ ਸੰਵਿਧਾਨ ਨੇ ਇੱਕ ਬਹੁਤ ਹੀ ਖੂਬਸੂਰਤ ਚੀਜ਼ ਦਿੱਤੀ ਹੈ ਨਾਗਰਿਕਾਂ ਨੂੰ, ਉਹ ਹੈ ਸੰਵਿਧਾਨਕ ਤੌਰ 'ਤੇ ਮਾਨਤਾ ਪ੍ਰਾਪਤ ਅਧਿਕਾਰ, ਜਿਨ੍ਹਾਂ ਨੂੰ ਆਪਾਂ ਮੌਲਿਕ ਅਧਿਕਾਰ ਕਹਿੰਦੇ ਹਾਂ। ਤੁਹਾਨੂੰ ਪਤਾ ਆਪਾਂ ਨੂੰ ਜਿਉਣ ਦਾ ਅਧਿਕਾਰ ਹੈ, ਸਾਹ ਲੈਣ ਦਾ ਅਧਿਕਾਰ ਹੈ, ਕਿਤੇ ਤੁਰਨ ਫਿਰਨ ਦਾ ਅਧਿਕਾਰ ਹੈ, ਕੁਦਰਤੀ ਅਧਿਕਾਰ, ਆਪਾਂ ਰਾਜਨੀਤਿਕ ਅਧਿਕਾਰ, ਧਾਰਮਿਕ ਅਧਿਕਾਰ, ਅਲੱਗ-ਅਲੱਗ ਤਰ੍ਹਾਂ ਦੇ ਅਧਿਕਾਰ ਮਿਲੇ ਆ। ਪਰ ਮੌਲਿਕ ਅਧਿਕਾਰ ਜਿਹੜੇ ਹੈ ਉਹ ਆਪਾਂ ਨੂੰ ਸੰਵਿਧਾਨ ਨੇ ਦਿੱਤੇ ਹੈ। ਅਗਲੇ ਚੈਪਟਰ ਵਿੱਚ ਆਪਾਂ ਮੌਲਿਕ ਅਧਿਕਾਰਾਂ ਬਾਰੇ ਪੜ੍ਹਾਂਗੇ। ਬੇਟਾ ਮੌਲਿਕ ਅਧਿਕਾਰਾਂ ਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਇਹ ਗੱਲ ਕਰਾਂਗੇ ਵੀ ਅਧਿਕਾਰ ਹੁੰਦੇ ਕੀ ਚੀਜ਼ ਹੈ, ਇਹ ਕਿਉਂ ਜ਼ਰੂਰੀ ਹੁੰਦੇ ਹੈ। ਕੁਝ ਵਿਦਵਾਨਾਂ ਨੇ ਅਧਿਕਾਰਾਂ ਦੀਆਂ ਪਰਿਭਾਸ਼ਾਵਾਂ ਦਿੱਤੀਆਂ, ਆਪਾਂ ਉਹ ਵੀ ਦੇਖਾਂਗੇ ਵੀ ਉਹਨਾਂ ਨੇ ਕੀ ਅਰਥ ਦਿੱਤੇ ਹੈ, ਅਧਿਕਾਰਾਂ ਬਾਰੇ ਕੀ ਕਿਹਾ। ਅਤੇ ਆਪਾਂ ਨਾਗਰਿਕਾਂ ਦੇ ਜਿਹੜੇ ਮੌਲਿਕ ਅਧਿਕਾਰ ਦਿੱਤੇ ਆ ਇਹਨਾਂ ਦਾ ਇਤਿਹਾਸਕ ਪਿਛੋਕੜ ਜਾਣਾਂਗੇ, ਅਤੇ ਜਿਹੜੇ ਸੰਵਿਧਾਨ 'ਚ ਆਪਾਂ ਨੂੰ ਮੌਲਿਕ ਅਧਿਕਾਰ ਦਿੱਤੇ ਹੈ ਇਹਨਾਂ ਦਾ ਸਰੂਪ ਕੀ ਹੈ, ਕੀ ਨੇਚਰ ਹੈ, ਇਸ ਦੇ ਬਾਰੇ ਇਸ ਲੈਸਨ ਵਿੱਚ ਪੜ੍ਹਾਂਗੇ। ਮੌਲਿਕ ਅਧਿਕਾਰ ਕਿਹੜੇ ਮਿਲੇ ਹੈ, ਇਹਨਾਂ ਦੀ ਕਲਾਸੀਫਿਕੇਸ਼ਨ ਕੀ ਹੈ, ਮੌਲਿਕ ਅਧਿਕਾਰਾਂ ਦਾ ਵਰਗੀਕਰਨ ਕੀ ਹੈ, ਇਹ ਦੇਖਾਂਗੇ। ਵੱਖੋ ਵੱਖਰੇ ਮੌਲਿਕ ਅਧਿਕਾਰ ਫਿਰ ਇਹ ਸਾਰੇ ਇੱਕ ਦੂਜੇ ਨਾਲ ਕਿਵੇਂ ਜੁੜੇ ਹੋਏ ਹੈ, ਇਹ ਵੀ ਵੇਖਾਂਗੇ। ਅਤੇ ਆਪਣੀ ਸੁਸਾਇਟੀ ਵਿੱਚ ਆਪਾਂ ਨੂੰ ਕਿਵੇਂ ਇਹਨਾਂ ਬਾਰੇ ਦੇਖਣ ਨੂੰ ਮਿਲਦਾ ਹੈ ਵੀ ਇਹ ਲਾਗੂ ਹੋਏ ਹੈ। ਅਤੇ ਭਾਰਤੀ ਸੰਵਿਧਾਨ ਅਧੀਨ ਨਿਆਂਪਾਲਕਾਂ ਨੂੰ ਸੁਤੰਤਰਤਾ ਵੀ ਮਿਲੀ ਹੋਈ ਹੈ, ਸੁਰੱਖਿਆ ਵੀ ਮਿਲੀ ਹੋਈ ਹੈ, ਕਿਉਂਕਿ ਕੋਈ ਆਜ਼ਾਦ ਨਿਆਂਪਾਲਿਕਾ ਹੋਊਗੀ, ਜੁਡੀਸ਼ਰੀ ਇੰਡੀਪੈਂਡੈਂਟ ਹੋਊਗੀ, ਆਜ਼ਾਦ ਹੋਊਗੀ, ਤਾਂ ਹੀ ਸਾਰਿਆਂ ਦੇ ਅਧਿਕਾਰਾਂ ਦੀ ਰੱਖਿਆ ਕਰ ਸਕਦੀ ਹੈ। ਅਤੇ ਇੱਕ ਜੁਡੀਸ਼ੀਅਲ ਰਿਵਿਊ, ਨਿਆਇਕ ਪੁਨਰ ਨਿਰੀਖਣ ਕੀ ਹੁੰਦਾ, ਉਹ ਵੀ ਆਪਾਂ ਇਸੇ ਚੈਪਟਰ ਅਧੀਨ ਟੱਚ ਕਰਾਂਗੇ। ਤਾਂ ਬਹੁਤ ਇੰਟਰਸਟਿੰਗ ਹੈ ਬੇਟਾ, ਇਸ ਨੂੰ ਧਿਆਨ ਨਾਲ ਸੁਣਨਾ ਅਤੇ ਧਿਆਨ ਨਾਲ ਹੀ ਬਾਅਦ ਵਿੱਚ ਐਨਾਲਿਸਿਸ ਕਰਕੇ ਇਸ ਦੇ ਮਲਟੀਪਲ ਚੋਇਸ ਕੁਐਸਚਨ ਜਾਂ ਸ਼ੋਰਟ ਨੋਟਸ ਜਿਹੜੇ ਆ ਤੁਸੀਂ ਬਣਾਉਂਦੇ ਹੁੰਦੇ ਹੋ ਉਹ ਬਣਾ ਲੈਣੇ ਆ, ਤਾਂ ਕਿ ਆਉਣ ਵਾਲੀਆਂ ਪ੍ਰੀਖਿਆਵਾਂ ਵਿੱਚ ਤੁਹਾਡੇ ਲਈ ਫਾਇਦੇਮੰਦ ਰਹਿ ਸਕਣ। ਖਾਸ ਤੌਰ 'ਤੇ ਵਜ਼ੀਫਾ ਪ੍ਰੀਖਿਆ ਜਿਹੜੀ NTSC ਦੀ ਪ੍ਰੀਖਿਆ ਤੁਸੀਂ ਦੇਣੀ ਹੈ। ਓਕੇ ਬੇਟਾ। ਹਾਂ ਬੇਟਾ, ਮੌਲਿਕ ਅਧਿਕਾਰਾਂ ਨੂੰ ਜਾਣਨ ਤੋਂ ਪਹਿਲਾਂ ਆਪਾਂ ਇਹ ਜਾਣਾਂਗੇ ਅਧਿਕਾਰ ਹੁੰਦੇ ਕੀ ਹੈ, ਕਿਉਂ ਆਪਣੇ ਲਈ ਜ਼ਰੂਰੀ ਹੈ, ਇਹਨਾਂ ਦਾ ਸਰੂਪ ਕੀ ਹੈ। ਟੋਟਲੀ ਮੌਲਿਕ ਅਧਿਕਾਰਾਂ ਬਾਰੇ ਜਾਣਕਾਰੀ ਆਪਾਂ ਹਾਸਲ ਕਰਨੀ ਹੈ। ਕਿਹੜੇ ਹੁੰਦੇ ਹੈ ਸੰਵਿਧਾਨ ਵਿੱਚ, ਇਹਦੇ ਲਈ ਕੀ ਵਿਵਸਥਾਵਾਂ ਕੀਤੀਆਂ ਇਹਨਾਂ ਦੀ ਰੱਖਿਆ ਵਾਸਤੇ, ਜੁਡੀਸ਼ੀਅਲ ਰਿਵਿਊ ਦੀ ਪਾਵਰ ਕੀ ਹੈ, ਪੁਨਰ ਨਿਰੀਖਣ ਕੀ ਹੈ, ਨਿਆਇਕ ਪੁਨਰ ਨਿਰੀਖਣ, ਇਹ ਸਾਰਾ ਕੁਛ ਜਾਣਕਾਰੀ ਤਾਂ ਹਾਸਲ ਕਰਾਂਗੇ। ਅਤੇ ਮੌਲਿਕ ਅਧਿਕਾਰ ਮੌਲਿਕ ਕਿਵੇਂ ਹੈ, ਮੌਲਿਕਤਾ ਕੀ ਇਹਦੇ 'ਚ, ਇਹ ਵੀ ਆਪਾਂ ਦੇਖਾਂਗੇ। ਬੇਟਾ ਹਰ ਕੋਈ ਵਿਅਕਤੀ ਜਿਹੜਾ ਹੈ ਉਹ ਸੋਸ਼ਲ ਐਨੀਮਲ ਹੈ, ਸੁਸਾਇਟੀ ਵਿੱਚ ਰਹਿੰਦਾ ਹੋਇਆ ਕਈ ਤਰ੍ਹਾਂ ਦੀਆਂ ਸਹੂਲਤਾਂ ਮੰਨਦਾ। ਜਿਵੇਂ ਆਪਾਂ ਹੁਣ ਆਪਣੀਆਂ ਭਾਵਨਾਵਾਂ ਪ੍ਰਗਟ ਕਰਦੇ ਹਾਂ, ਆਪਣੇ ਵਿਚਾਰ ਪ੍ਰਗਟ ਕਰਦੇ ਹਾਂ, ਬੋਲਣ ਦੀ ਆਜ਼ਾਦੀ ਹੈ, ਚਾਹੇ ਉਹ ਭਾਸ਼ਣ ਰਾਹੀਂ ਹੋਵੇ, ਚਾਹੇ ਉਹ ਲਿਖਤੀ ਰੂਪ ਵਿੱਚ ਹੋਵੇ। ਆਪਾਂ ਇੱਕ ਦੂਜੇ ਨੂੰ ਆਪਣੀਆਂ ਭਾਵਨਾ ਪਹੁੰਚਾਉਂਦੇ ਹਾਂ, ਇੱਕ ਕੋਨੇ ਤੋਂ ਲੈ ਕੇ ਦੂਸਰੇ ਕੋਨੇ ਤੱਕ ਦੇਸ਼ ਵਿੱਚ ਕਿਤੇ ਵੀ ਆ ਜਾ ਸਕਦਾ, ਰੋਜ਼ੀ ਰੋਟੀ ਕਮਾਉਣ ਲਈ ਕੋਈ ਵੀ ਕਿੱਤਾ ਅਪਣਾ ਸਕਦਾ, ਪਰ ਲੀਗਲ ਹੋਵੇ, ਕਾਨੂੰਨੀ ਹੋਵੇ, ਹੈ ਨਾ। ਇੱਛਾ ਅਨੁਸਾਰ ਕੋਈ ਵੀ ਧਰਮ ਅਪਣਾ ਸਕਦਾ, ਕਿਸੇ ਵੀ ਧਰਮ ਦੀ ਪਾਠ ਪੂਜਾ ਕਰ ਸਕਦਾ। ਮਨੁੱਖਾਂ ਨੂੰ ਇਕੱਠੇ ਹੋਣ ਦੀ ਵੀ ਆਗਿਆ ਹੁੰਦੀ ਹੈ। ਚਲੋ ਕੋਵਿਡ ਕਰਕੇ ਹੁਣ ਭੀੜ ਨਹੀਂ ਕਰ ਸਕਦੇ, ਆਪਾਂ ਇਕੱਠੇ ਹੋ ਕੇ ਰੀਤੀ ਰਿਵਾਜ ਤਿਉਹਾਰ ਮਨਾ ਸਕਦੇ ਸਾਰੇ ਮਨੁੱਖ। ਆਮ ਨੋਰਮਲ ਹਾਲਾਤਾਂ 'ਚ ਪਰਿਵਾਰਕ ਜ਼ਿੰਦਗੀ ਜਿਉਣ ਦੀ ਵਿਅਕਤੀਆਂ ਨੂੰ ਸਹੂਲਤ ਦਿੱਤੀ ਗਈ ਹੈ, ਆਪਾਂ ਫੈਮਿਲੀ 'ਚ ਰਹਿ ਸਕਦੇ ਹਾਂ। ਠੀਕ ਹੈ, ਜਿਹੜੇ ਕ੍ਰਿਮੀਨਲ ਹੁੰਦੇ ਉਹਨਾਂ ਨੂੰ ਜੇਲ੍ਹਾਂ ਵਿੱਚ ਵੀ ਰੱਖਿਆ ਜਾਂਦਾ। ਇਹ ਸਾਰੀਆਂ ਸਹੂਲਤਾਂ ਮਨੁੱਖ ਸਮਾਜ ਵਿੱਚ ਰੱਖ ਕੇ ਹੀ ਮਾਣ ਸਕਦਾ ਹੈ। ਆਮ ਭਾਸ਼ਾ ਵਿੱਚ ਇਹਨਾਂ ਸਹੂਲਤਾਂ ਨੂੰ ਆਪਾਂ ਕੀ ਕਹਿੰਦੇ ਹਾਂ, ਅਧਿਕਾਰ। ਹੁਣ ਪਤਾ ਲੱਗਿਆ ਜਿਹੜੀ ਜੋ ਫੈਸਿਲਿਟੀਜ਼ ਦੀ ਗੱਲ ਕੀਤੀ ਹੈ, ਸਾਰੇ ਆਪਣੇ ਅਧਿਕਾਰ ਹੈ। ਪਰ ਅਜਿਹੀ ਸਹੂਲਤ ਨਹੀਂ ਦਿੱਤੀ ਜਾ ਸਕਦੀ ਕਿਸੇ ਵਿਅਕਤੀ ਨੂੰ ਜਿਹੜੀ ਸਾਰੇ ਸਮਾਜ ਦੇ ਹਿੱਤ ਵਿੱਚ ਨਾ ਹੋਵੇ, ਇੰਟਰਸਟ ਵਿੱਚ ਹੀ ਨਾ ਹੋਵੇ। ਜਿਵੇਂ ਮੈਂ ਕਿਸੇ ਦਾ ਨੁਕਸਾਨ ਕਰਦਾ, ਇਹੋ ਜਿਹਾ ਬਿਲਕੁਲ ਨਹੀਂ ਅਧਿਕਾਰ ਹੈਗਾ ਕਿਸੇ ਨੂੰ। ਯਾਨੀ ਅਧਿਕਾਰ ਉਹ ਆ ਜਿਹੜਾ ਆਪਣੀਆਂ ਸੀਮਾਵਾਂ ਵਿੱਚ ਹੋਵੇ ਅਤੇ ਆਪਣੇ ਹਿੱਤ ਲਈ ਹੋਵੇ, ਪਰ ਦੂਸਰੇ ਦੇ ਨੁਕਸਾਨ ਲਈ ਨਹੀਂ ਹੋਵੇ। ਸਮਝ ਕੇ ਰੱਖਿਓ ਗੱਲ। ਅਧਿਕਾਰ ਆਪਣੇ ਹਿੱਤ ਲਈ ਤਾਂ, ਆਪਣੇ ਇੰਟਰਸਟ ਲਈ ਤਾਂ ਹੁੰਦਾ, ਪਰ ਇਹਦੇ 'ਚ ਆਪਾਂ ਸੀਮਾ ਦੀ ਉਲੰਘਣਾ ਨਹੀਂ ਕਰਦੇ, ਦੂਸਰੇ ਦੇ ਅਧਿਕਾਰ ਦੀ ਹਾਨੀ ਨਹੀਂ ਕਰਦੇ, ਦੂਸਰੇ ਦੀ ਆਜ਼ਾਦੀ 'ਚ ਫਰਕ ਨਹੀਂ ਪਾ ਸਕਦੇ। ਸਮਝ ਗਏ ਨਾ। ਇਹ ਸਮੁੱਚੇ ਸਮਾਜ ਦੇ ਹਿੱਤ ਵਿੱਚ ਹੁੰਦਾ ਅਤੇ ਫਿਰ ਹੀ ਅਧਿਕਾਰ ਹੈ।
ਇਸ ਤਰ੍ਹਾਂ ਬੇਟਾ, ਅਧਿਕਾਰ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਵੱਲੋਂ ਕੀਤੀਆਂ ਗਈਆਂ ਉਹ ਉਚਿਤ ਮੰਗਾਂ ਹਨ ਜਿਨ੍ਹਾਂ ਨੂੰ ਸਮਾਜ ਅਤੇ ਰਾਜ ਮਾਨਤਾ ਦਿੰਦਾ ਹੈ। ਯਾਦ ਰੱਖਣਾ ਤੁਸੀਂ, ਅਧਿਕਾਰ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਵੱਲੋਂ ਕੀਤੀਆਂ ਗਈਆਂ ਉਹ ਉਚਿਤ ਮੰਗਾਂ ਹਨ ਜਿਨ੍ਹਾਂ ਨੂੰ ਸਮਾਜ ਅਤੇ ਰਾਜ ਮਾਨਤਾ ਦਿੰਦਾ ਹੈ। ਅਧਿਕਾਰਾਂ ਵਿੱਚ 3 ਨੁਕਤੇ ਸ਼ਾਮਲ ਹਨ। ਪਹਿਲਾ, ਵਿਅਕਤੀ ਵੱਲੋਂ ਕੀਤਾ ਗਿਆ ਉਚਿਤ ਦਾਅਵਾ। ਦੂਜਾ, ਇਸ ਦਾਅਵੇ ਨੂੰ ਸਮਾਜਿਕ ਮਾਨਤਾ। ਅਤੇ ਤੀਸਰਾ, ਰਾਜਨੀਤਿਕ ਮਾਨਤਾ ਜਾਂ ਪਹਿਚਾਣ। ਬੇਟਾ, ਅਧਿਕਾਰ ਨਿਰਸਵਾਰਥ ਜਨਰਸ ਹੁੰਦੇ ਹਨ ਜਿਨ੍ਹਾਂ ਵਿੱਚ ਸਾਰਿਆਂ ਦੀ ਭਲਾਈ ਦਾ ਉਦੇਸ਼ ਸ਼ਾਮਲ ਹੁੰਦਾ, ਕਿਸੇ ਇੱਕ ਵਿਅਕਤੀ ਲਈ ਨਹੀਂ ਹੁੰਦੇ। ਅਧਿਕਾਰਾਂ ਨਾਲੋਂ ਕਰਤੱਵਾਂ ਨੂੰ ਆਪਾਂ ਪਹਿਲਾਂ ਗੱਲ ਕੀਤੀ ਵੱਖ ਨਹੀਂ ਕੀਤਾ ਜਾ ਸਕਦਾ। ਜਿੰਨਾ ਚਿਰ ਅਧਿਕਾਰਾਂ ਨੂੰ ਰਾਜਨੀਤਿਕ ਮਾਨਤਾ ਨਹੀਂ ਮਿਲਦੀ, ਉਨੀ ਚਿਰ ਅਧਿਕਾਰ ਕੇਵਲ ਨੈਤਿਕ ਦਾਅਵੇ ਹੀ ਰਹਿੰਦੇ ਹਨ। ਅਧਿਕਾਰਾਂ ਦਾ ਨੈਤਿਕ ਹੋਣਾ ਵੀ ਜ਼ਰੂਰੀ ਹੈ। ਆਜ਼ਾਦੀ, ਕਾਨੂੰਨ, ਨਿਆਂ ਅਤੇ ਪ੍ਰਭੂ ਸੱਤਾ ਨਾਲ ਅਧਿਕਾਰਾਂ ਦਾ ਸਿੱਧਾ ਸੰਬੰਧ ਹੈ। ਵਿਅਕਤੀਗਤ ਆਜ਼ਾਦੀਆਂ ਅਧਿਕਾਰਾਂ ਦਾ ਹੀ ਵਧਿਆ ਹੋਇਆ ਰੂਪ ਹਨ। ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਕਿ ਅਧਿਕਾਰ ਵਿਅਕਤੀ ਜਾਂ ਵਿਅਕਤੀਆਂ ਦੇ ਉਹ ਦਾਅਵੇ ਹਨ ਜੋ ਨਿਰਸਵਾਰਥ ਭਾਵਨਾ 'ਤੇ ਆਧਾਰਿਤ ਹਨ। ਸਮਾਜ ਵੱਲੋਂ ਉਹਨਾਂ ਨੂੰ ਮਾਨਤਾ ਮਿਲੀ ਹੁੰਦੀ ਹੈ ਅਤੇ ਰਾਜ ਵੱਲੋਂ ਕਾਨੂੰਨੀ ਮਾਨਤਾ ਮਿਲੀ ਹੁੰਦੀ ਹੈ। ਇਹਨਾਂ ਦਾਅਵਿਆਂ ਵਿੱਚ ਵਿਅਕਤੀ ਅਤੇ ਸਮਾਜ ਦੋਨਾਂ ਦੀ ਭਲਾਈ ਹੋਣੀ ਜ਼ਰੂਰੀ ਹੈ। ਬੇਟਾ, ਜੇ ਵਿਅਕਤੀਆਂ ਨੂੰ ਕਿਸੇ ਦੇਸ਼ ਵਿੱਚ ਕੋਈ ਆਜ਼ਾਦੀ ਪ੍ਰਾਪਤ ਨਾ ਹੋਵੇ ਜਾਂ ਉਹਨਾਂ ਦੀ ਆਜ਼ਾਦੀ 'ਤੇ ਰੋਕ ਲੱਗੀ ਹੋਵੇ ਤਾਂ ਉਹਨਾਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਠੀਕ ਤਰ੍ਹਾਂ ਨਹੀਂ ਹੋਵੇਗਾ। ਆਜ਼ਾਦੀਆਂ ਤੁਹਾਨੂੰ ਪਤਾ ਕਿਹੜੀਆਂ ਕਿਹੜੀਆਂ ਹੁੰਦੀਆਂ? ਆਪਣੀ ਮਨਪਸੰਦ ਰੋਜ਼ੀ ਰੋਟੀ ਕਮਾਉਣ ਲਈ ਕੋਈ ਹੀਲ ਹੁੱਜਤ ਕਰਨੀ, ਯਾਨੀ ਕਿੱਤਾ ਬਣਾਉਣਾ, ਆਪਣੇ ਵਿਚਾਰ ਪ੍ਰਗਟਾਉਣੇ, ਕਿਤੇ ਘੁੰਮਣ ਫਿਰਨ ਜਾਣਾ, ਕਿਸੇ ਵੀ ਧਰਮ ਦਾ ਪਾਲਣ ਕਰਨਾ ਜਾਂ ਕਿਸੇ ਵੀ ਧਰਮ ਨੂੰ ਧਾਰਨ ਕਰਨਾ, ਰੀਤੀ ਰਿਵਾਜ ਆਪਣੀ ਆਜ਼ਾਦੀ ਨਾਲ ਮਨਾਉਣੇ। ਇਹ ਸਾਰੀਆਂ ਆਜ਼ਾਦੀਆਂ ਜਿਹੜੀਆਂ ਜੇ ਹੋਣਗੀਆਂ ਤਾਂ ਸਹੀ ਵਿਕਾਸ ਹੋਵੇਗਾ ਵਿਅਕਤੀ ਦਾ। ਅਤੇ ਮਾਨਸਿਕ ਵਿਕਾਸ ਨਾਲ ਸਰੀਰਕ ਵਿਕਾਸ ਪਤਾ ਹੀ ਹੈ ਜੁੜਿਆ ਹੋਇਆ। ਜੇਕਰ ਮਾਨਸਿਕ ਤੌਰ 'ਤੇ ਵਿਅਕਤੀ ਤੰਦਰੁਸਤ ਨਹੀਂ ਤਾਂ ਸਰੀਰਕ ਤੌਰ 'ਤੇ ਵੀ ਨਹੀਂ ਹੋ ਸਕਦਾ। ਅਧਿਕਾਰ ਤਾਂ ਵਿਅਕਤੀਆਂ ਦੇ ਸਰਵਪੱਖੀ ਵਿਕਾਸ ਲਈ ਜ਼ਰੂਰੀ ਨੇ। ਵਿਅਕਤੀ ਦੇ ਵਿਕਾਸ ਤੋਂ ਹੀ ਸਮਾਜ ਦਾ ਵਿਕਾਸ ਨਿਰਭਰ ਕਰਦਾ। ਜੇ ਵਿਅਕਤੀ ਰਿਸ਼ਟ ਪੁਸ਼ਟ ਹੋਣਗੇ ਮਾਨਸਿਕ ਤੌਰ 'ਤੇ ਅਤੇ ਸਰੀਰਕ ਤੌਰ 'ਤੇ, ਫਿਰ ਹੀ ਸਮਾਜ ਅਤੇ ਦੇਸ਼ ਤਰੱਕੀ ਕਰਦਾ। ਅਤੇ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਵਿਚਾਰਕ ਆ, ਮਹਾਨ ਵਿਅਕਤੀ ਹੈ, ਉਹਨਾਂ ਨੇ ਅਧਿਕਾਰਾਂ ਦੀਆਂ ਪਰਿਭਾਸ਼ਾਵਾਂ ਦਿੱਤੀਆਂ। ਆਓ ਦੇਖਿਓ ਕੀ ਕਹਿੰਦੇ ਆ। ਇੱਕ ਵਿਦਵਾਨ ਪ੍ਰੋਫੈਸਰ ਲਾਸਕੀ ਹੋਏ ਆ, ਉਹਨਾਂ ਨੇ ਕਿਹਾ ਹੈ ਕਿ ਅਧਿਕਾਰ ਸਮਾਜਿਕ ਜੀਵਨ ਦੀਆਂ ਉਹ ਅਵਸਥਾਵਾਂ ਹਨ, ਕੰਡੀਸ਼ਨਸ ਹਨ, ਜਿਨ੍ਹਾਂ ਤੋਂ ਬਿਨਾਂ ਮਨੁੱਖ ਦਾ ਪੂਰਨ ਵਿਕਾਸ ਨਹੀਂ ਹੋ ਸਕਦਾ, ਆਪਣੀ ਪੂਰਨਤਾ 'ਤੇ ਉਸ ਦਾ ਵਿਕਾਸ ਨਹੀਂ ਪਹੁੰਚ ਸਕਦਾ। ਇਸ ਤਰ੍ਹਾਂ ਵਾਈਲਡ ਨੇ ਕਿਹਾ ਹੈ ਕਿ ਅਧਿਕਾਰ ਕੁਝ ਕੰਮਾਂ ਨੂੰ ਕਰਨ ਲਈ ਆਜ਼ਾਦੀ ਦੀ ਉਚਿਤ ਮੰਗ ਹੈ, ਰੀਜ਼ਨੇਬਲ ਕਲੇਮ ਟੂ ਦਾ ਫਰੀਡਮ। ਇਸੇ ਤਰ੍ਹਾਂ ਬੇਟਾ ਬ੍ਰਿਟਿਸ਼ ਵਿਚਾਰਕ ਜਿਹੜੇ ਆ ਬੋਸਾਂਕੀ, ਰੀਜੀਨਾਲਡ ਬੋਸਾਂਕੀ, ਉਹਨਾਂ ਦੇ ਅਨੁਸਾਰ ਅਧਿਕਾਰ ਉਹ ਮੰਗ ਹੈ ਜਿਸ ਨੂੰ ਸਮਾਜ ਪ੍ਰਵਾਨ ਕਰਦਾ ਹੈ ਅਤੇ ਰਾਜ ਲਾਗੂ ਕਰਦਾ ਹੈ। TH ਗ੍ਰੀਨ ਕਹਿੰਦੇ ਹਨ ਕਿ ਅਧਿਕਾਰ ਉਹ ਸ਼ਕਤੀਆਂ ਹਨ ਜਿਹੜੀਆਂ ਮਨੁੱਖ ਦੇ ਨੈਤਿਕ ਪ੍ਰਾਣੀ ਹੋਣ ਕਾਰਨ ਉਸ ਦੇ ਕਿੱਤੇ ਦੀ ਪੂਰਤੀ ਵਿੱਚ ਜ਼ਰੂਰੀ ਹੁੰਦੀਆਂ ਹਨ। ਬੇਟਾ, ਹੁਣ ਆਪਾਂ ਨੂੰ ਪਤਾ ਲੱਗ ਗਿਆ ਅਧਿਕਾਰ ਕੀ ਹੁੰਦੇ ਹੈ ਅਤੇ ਅਧਿਕਾਰਾਂ ਦੀਆਂ ਪਰਿਭਾਸ਼ਾਵਾਂ ਬਾਰੇ ਵੀ ਪਤਾ ਲੱਗਿਆ। ਅਤੇ ਇਹ ਮੁੱਢਲੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਆਪਾਂ ਮੌਲਿਕ ਅਧਿਕਾਰਾਂ ਬਾਰੇ ਜਾਣਕਾਰੀ ਹਾਸਲ ਕਰੀਏ।
ਭਾਰਤ ਦੇ ਸੰਵਿਧਾਨ ਵਿੱਚ ਨਾਗਰਿਕਾਂ ਦੀ ਸ਼ਖਸੀਅਤ ਦਾ ਵਿਕਾਸ ਕਰਨ ਲਈ ਅਤੇ ਹਰ ਨਾਗਰਿਕ ਦੇ ਗੌਰਵ ਨੂੰ ਯਕੀਨੀ ਬਣਾਉਣ ਲਈ ਕੁਝ ਉਦੇਸ਼ ਮਿੱਥੇ ਗਏ ਹਨ। ਇਸ ਲਈ ਭਾਰਤ ਦੇ ਸੰਵਿਧਾਨ ਦੇ ਰਚਨਹਾਰਿਆਂ ਨੇ ਭਾਰਤੀ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਨੂੰ ਸੰਵਿਧਾਨ ਵਿੱਚ ਸ਼ਾਮਲ ਕਰਕੇ ਉਹਨਾਂ ਉਦੇਸ਼ਾਂ ਨੂੰ ਪੂਰੇ ਕਰਨ ਦਾ ਯਤਨ ਕੀਤਾ ਹੈ। ਕਿਸੇ ਵੀ ਦੇਸ਼ ਦੇ ਲੋਕਤੰਤਰੀ ਸਰੂਪ ਦੀ ਪੁਸ਼ਟੀ ਸਾਨੂੰ ਉਸ ਦੇਸ਼ ਵੱਲੋਂ ਦਿੱਤੇ ਗਏ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਤੋਂ ਹੋ ਜਾਂਦੀ ਹੈ। ਬੇਟਾ, ਆਜ਼ਾਦੀ ਤੋਂ ਪਹਿਲਾਂ ਭਾਰਤੀ ਨਾਗਰਿਕਾਂ ਨੂੰ ਮੌਲਿਕ ਅਧਿਕਾਰ ਨਹੀਂ ਮਿਲੇ ਹੋਏ ਸਨ। ਭਾਰਤ ਦੀ ਆਜ਼ਾਦੀ ਪ੍ਰਾਪਤੀ ਦੀ ਲਹਿਰ ਵਿੱਚ ਸਮੇਂ-ਸਮੇਂ 'ਤੇ ਮੌਲਿਕ ਅਧਿਕਾਰਾਂ ਦੀ ਮੰਗ ਕੀਤੀ ਗਈ ਸੀ। 1895 ਵਿੱਚ ਬਾਲ ਗੰਗਾਧਰ ਤਿਲਕ, ਲਾਲ ਬਾਲ ਪਾਲ ਵਾਲੇ ਬੇਟਾ ਉਹੀ ਬਾਲ ਗੰਗਾਧਰ ਤਿਲਕ ਆ, ਉਹਨਾਂ ਨੇ ਅੰਗਰੇਜ਼ਾਂ ਨੂੰ ਸਵਰਾਜ ਬਿੱਲ ਪਾਸ ਕਰਨ ਲਈ ਕਿਹਾ, ਜਿਸ ਵਿੱਚ ਭਾਰਤੀ ਲੋਕਾਂ ਲਈ ਵਿਚਾਰ ਪ੍ਰਗਟਾਉਣ, ਕਾਨੂੰਨ ਦੇ ਸਾਹਮਣੇ ਸਮਾਨਤਾ ਅਤੇ ਕੁਝ ਹੋਰ ਅਧਿਕਾਰਾਂ ਦੀ ਮੰਗ ਕੀਤੀ ਗਈ। ਦੇਖੋ, ਆਜ਼ਾਦੀ ਦੀ ਲਹਿਰ ਵਿੱਚ ਆਜ਼ਾਦੀ ਦੀਆਂ ਮੰਗਾਂ ਇੱਦਾਂ ਸ਼ੁਰੂ ਹੋਈਆਂ ਸੀ। 1928 ਈਸਵੀ ਵਿੱਚ ਨਹਿਰੂ ਰਿਪੋਰਟ ਵਿੱਚ ਵੀ ਅਧਿਕਾਰਾਂ ਦੀ ਮੰਗ ਕੀਤੀ ਗਈ, ਜਿਸ ਵਿੱਚ ਮਰਦਾਂ ਅਤੇ ਔਰਤਾਂ ਲਈ ਸਮਾਨਤਾ ਦੇ ਅਧਿਕਾਰ ਦੀ ਮੰਗ ਕੀਤੀ ਗਈ। ਪਰ ਅੰਗਰੇਜ਼ੀ ਹਕੂਮਤ ਨੇ ਉਕਤ ਮੰਗਾਂ ਨੂੰ ਰੱਦ ਕਰ ਦਿੱਤਾ ਸੀ। 1935 ਦੇ ਗਵਰਨਮੈਂਟ ਆਫ ਇੰਡੀਆ ਐਕਟ ਵਿੱਚ ਭਾਰਤੀ ਲੋਕਾਂ ਲਈ ਮੌਲਿਕ ਅਧਿਕਾਰਾਂ ਦੀ ਸੂਚੀ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ। ਫਿਰ ਬੇਟਾ 1946 ਈਸਵੀ ਵਿੱਚ ਕੈਬਨਿਟ ਮਿਸ਼ਨ ਨੇ ਭਾਰਤੀ ਲੋਕਾਂ ਲਈ ਮੌਲਿਕ ਅਧਿਕਾਰਾਂ ਦੀ ਪ੍ਰੋੜਤਾ ਕੀਤੀ। ਕਹਿੰਦੇ ਹੋਣੇ ਚਾਹੀਦੇ ਮੌਲਿਕ ਅਧਿਕਾਰ। ਸੰਵਿਧਾਨ ਸਭਾ ਨੇ ਮੌਲਿਕ ਅਧਿਕਾਰਾਂ ਨੂੰ ਸੰਵਿਧਾਨ ਵਿੱਚ ਦਰਜ ਕਰਨ ਲਈ ਇੱਕ ਸਲਾਹਕਾਰੀ ਕਮੇਟੀ ਦਾ ਗਠਨ ਕੀਤਾ ਸੀ। ਇਸ ਤੋਂ ਬਾਅਦ ਇੱਕ ਉਪ ਕਮੇਟੀ ਵੀ ਬਣਾਈ ਗਈ, ਜਿਸ ਨੇ ਬਰੀਕੀ ਵਿੱਚ ਬਹੁਤ ਚੰਗੀ ਤਰ੍ਹਾਂ ਮੌਲਿਕ ਅਧਿਕਾਰਾਂ ਦਾ ਅਧਿਐਨ ਕੀਤਾ। ਆਖਰ ਫਿਰ ਕੀ ਹੋਇਆ? ਭਾਰਤ ਦੇ ਸੰਵਿਧਾਨ ਨਿਰਮਾਤਾਵਾਂ ਨੇ ਮੌਲਿਕ ਅਧਿਕਾਰਾਂ ਨੂੰ ਸੰਵਿਧਾਨ ਦੇ 3 ਭਾਗ ਵਿੱਚ ਦਰਜ ਕਰਕੇ ਇੱਕ ਸ਼ਲਾਘਾਯੋਗ ਕੰਮ ਕੀਤਾ। ਹੁਣ ਬੇਟਾ ਆਪਾਂ ਨੂੰ ਮੌਲਿਕ ਅਧਿਕਾਰ ਮਿਲੇ ਆ, ਉਹਨਾਂ ਦੇ ਸਰੂਪ ਬਾਰੇ, ਉਹਨਾਂ ਦੀ ਨੇਚਰ ਬਾਰੇ ਗੱਲ ਕਰਾਂਗੇ। ਉਹ ਗੱਲ ਆਪਾਂ ਇਹਨਾਂ ਦੀ ਵਿਸ਼ੇਸ਼ਤਾਵਾਂ ਵਿੱਚ ਕਰਾਂਗੇ। ਕੁੱਲ 8 ਵਿਸ਼ੇਸ਼ਤਾਵਾਂ ਇਹਨਾਂ ਮੌਲਿਕ ਅਧਿਕਾਰਾਂ ਦੀਆਂ। ਆਓ ਇੱਕ ਇੱਕ ਕਰਕੇ ਕਰੀਏ। ਪਹਿਲੀ ਵਿਸ਼ੇਸ਼ਤਾ ਦਾ ਬੇਟਾ ਇਹ ਹੈ, ਇਹ ਬਹੁਤ ਹੀ ਵਿਸਤਾਰ ਵਾਲੇ ਹੈ। ਜਿਹੜੇ ਅਧਿਕਾਰ ਆਪਣੇ ਬੜੇ ਲੰਬੇ ਚੌੜੇ ਕਰਕੇ ਦੱਸੇ ਗਏ ਆ ਅਤੇ ਵਿਸਤ੍ਰਿਤ ਰੂਪ 'ਚ ਦੱਸੇ ਗਏ ਆ। ਇਹ ਅਧਿਕਾਰ ਅਨੁਛੇਦ 14 ਤੋਂ 32 ਤੱਕ ਦਰਜ ਹਨ। ਕਿੱਥੋਂ ਤੱਕ? ਅਨੁਛੇਦ ਆਰਟੀਕਲ, ਆਰਟ ਦਾ ਮਤਲਬ ਇੱਥੇ ਆਰਟੀਕਲ ਦਾ ਸ਼ਾਰਟ ਫਾਰਮ ਲਿਖੀਦਾ ART ਫੁੱਲ ਸਟਾਪ। 14 ਤੋਂ 32 ਤੱਕ ਦਰਜ ਹਨ। ਇਹਨਾਂ ਦਾ ਨਾਂ ਜਿਵੇਂ ਹੈਗਾ ਸਮਾਨਤਾ ਦਾ ਅਧਿਕਾਰ, ਆਜ਼ਾਦੀ ਦਾ ਅਧਿਕਾਰ, ਸ਼ੋਸ਼ਣ ਵਿਰੁੱਧ ਅਧਿਕਾਰ, ਧਾਰਮਿਕ ਆਜ਼ਾਦੀ ਦਾ ਅਧਿਕਾਰ, ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ ਤੇ ਸੰਵਿਧਾਨਕ ਉਪਚਾਵਾਂ ਦਾ ਅਧਿਕਾਰ। ਇਹ ਸਾਰੇ ਅਧਿਕਾਰ ਇਹਨਾਂ ਅਧਿਕਾਰਾਂ 'ਚ ਹੁੰਦੇ ਆ। ਇੱਕ ਬੇਟਾ ਇਹਨਾਂ ਅਧਿਕਾਰਾਂ ਦਾ ਪੋਜ਼ੀਟਿਵ ਅਤੇ ਨੈਗੇਟਿਵ ਸਰੂਪ ਵੀ ਹੈਗਾ। ਕੁਝ ਮੌਲਿਕ ਅਧਿਕਾਰ ਸਰਕਾਰ ਨੂੰ ਕੁਝ ਕੰਮ ਕਰਨ 'ਤੇ ਰੋਕ ਲਗਾਉਂਦੇ ਹਨ, ਪਰ ਕੁਝ ਮੌਲਿਕ ਅਧਿਕਾਰ ਸਰਕਾਰ ਨੂੰ ਸਕਾਰਾਤਮਕ ਆਦੇਸ਼ ਵੀ ਦਿੰਦੇ ਹਨ। ਜਿਵੇਂ ਧਾਰਮਿਕ ਆਜ਼ਾਦੀ ਦਾ ਮੌਲਿਕ ਅਧਿਕਾਰ ਸਰਕਾਰ ਨੂੰ ਵਿਅਕਤੀਆਂ ਦੇ ਧਾਰਮਿਕ ਕੰਮਾਂ ਵਿੱਚ ਦਖਲ ਦੇਣ ਤੋਂ ਰੋਕਦਾ ਹੈ। ਦੂਜੇ ਪਾਸੇ ਸ਼ੋਸ਼ਣ ਵਿਰੁੱਧ ਅਧਿਕਾਰ ਸਰਕਾਰ ਨੂੰ ਵਿਅਕਤੀਆਂ ਦਾ ਹਰ ਤਰ੍ਹਾਂ ਦਾ ਸ਼ੋਸ਼ਣ ਰੋਕਣ ਲਈ ਕਾਨੂੰਨ ਬਣਾਉਣ ਦਾ ਅਧਿਕਾਰ ਦਿੰਦਾ ਹੈ। ਕਹਿਣ ਦਾ ਭਾਵ ਇਹ ਹੋਇਆ ਕਿ ਚੰਗਿਆਈ ਵਾਸਤੇ ਕਾਨੂੰਨ ਬਣਾਉਣ ਲਈ ਰੋਕਣਾ ਜਾਂ ਕਾਨੂੰਨ ਬਣਾਉਣ ਲਈ ਆਦੇਸ਼ ਦੇਣਾ, ਦੋਨੋਂ ਕੰਮ ਇਹ ਅਧਿਕਾਰ ਕਰਦੇ ਆ। ਇੱਕ ਖਾਸੀਅਤ ਬੇਟਾ ਇਹ ਹੈ ਕਿ ਇਹ ਵਿਦੇਸ਼ੀ ਤੇ ਨਾਗਰਿਕ ਵਿੱਚ ਭੇਦ ਕਰਦੇ ਆ, ਅੰਤਰ ਕਰਦੇ ਆ। ਕੁਝ ਅਧਿਕਾਰ ਅਜਿਹੇ ਹਨ ਜੋ ਕੇਵਲ ਨਾਗਰਿਕ ਹੀ ਮਾਣ ਸਕਦੇ ਹਨ। ਕੁਝ ਅਧਿਕਾਰ ਅਜਿਹੇ ਵੀ ਹਨ ਜਿਨ੍ਹਾਂ ਨੂੰ ਵਿਦੇਸ਼ੀ ਅਤੇ ਨਾਗਰਿਕ ਦੋਨੋਂ ਹੀ ਮਾਣ ਸਕਦੇ ਹਨ। ਜਿਵੇਂ ਵਿਚਾਰ ਪ੍ਰਗਟਾਉਣ, ਸੰਘ ਬਣਾਉਣ, ਬਿਨਾਂ ਹਥਿਆਰ ਇਕੱਠੇ ਹੋ ਕੇ ਮੀਟਿੰਗ ਕਰਨ, ਸਰਕਾਰੀ ਅਹੁਦਾ ਪ੍ਰਾਪਤ ਕਰਨ ਆਦਿ ਅਧਿਕਾਰ ਕੇਵਲ ਨਾਗਰਿਕ ਨੂੰ ਹੀ ਦਿੱਤੇ ਗਏ ਹਨ। ਪਰ ਕਾਨੂੰਨ ਦੇ ਸਾਹਮਣੇ ਸਮਾਨਤਾ ਅਤੇ ਧਾਰਮਿਕ ਆਜ਼ਾਦੀ ਦਾ ਅਧਿਕਾਰ ਵਿਦੇਸ਼ੀ ਅਤੇ ਨਾਗਰਿਕ
ਦੋਨਾਂ ਨੂੰ ਸਮਾਨ ਰੂਪ ਵਿੱਚ ਦਿੱਤਾ ਗਿਆ ਹੈ। ਇੱਕ ਹੋਰ ਧਿਆਨ ਨਾਲ ਸਮਝਣ ਵਾਲੀ ਗੱਲ ਹੈ ਬੇਟਾ ਕਿ ਜੋ ਸਸ਼ਸਤਰ ਬਲ ਆਪਣੇ ਪੁਲਿਸ ਅਤੇ ਹੋਰ ਸਿਕਿਉਰਿਟੀ ਫੋਰਸਿਸ, ਉਹਨਾਂ ਦੇ ਮੌਲਿਕ ਅਧਿਕਾਰਾਂ 'ਤੇ ਕੁਝ ਹੱਦ ਤੱਕ ਰੋਕ ਲਗਾਈ ਗਈ ਹੈ। ਸੰਸਦ ਦੁਆਰਾ ਕੁਝ ਹੱਦ ਤੱਕ ਸੀਮਿਤ ਕੀਤੇ ਗਏ ਇਹਨਾਂ ਦੇ ਅਧਿਕਾਰ। ਕਿਉਂਕਿ ਦੇਸ਼ ਦਾ ਪ੍ਰਬੰਧ ਚਲਾਉਣ ਵਿੱਚ ਕੁਸ਼ਲਤਾ ਆਵੇ ਅਤੇ ਦੇਸ਼ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ, ਦੇਸ਼ ਦੀ ਏਕਤਾ ਅਤੇ ਅਖੰਡਤਾ ਕਾਇਮ ਰਹੇ। ਇਸ ਕਰਕੇ ਥੋੜ੍ਹੀ ਜਿਹੀ ਪਾਬੰਦੀ ਲਗਾਈ ਗਈ ਹੈ। ਮੌਲਿਕ ਅਧਿਕਾਰਾਂ ਨੂੰ ਦੇਸ਼ ਵਿੱਚ ਰਾਸ਼ਟਰੀ ਸੰਕਟ ਦੀ ਘੋਸ਼ਣਾ ਹੋਣ 'ਤੇ, ਜਦੋਂ ਆਪਾਂ ਐਮਰਜੈਂਸੀ ਕਹਿੰਦੇ ਹਾਂ, ਉਦੋਂ ਰਾਸ਼ਟਰਪਤੀ ਦੁਆਰਾ ਮੁਲਤਵੀ ਕੀਤਾ ਜਾ ਸਕਦਾ ਹੈ। ਪੰਜਵੀਂ ਵਿਸ਼ੇਸ਼ਤਾ ਇਹ ਹੈ ਬੇਟਾ ਕਿ ਇਹ ਅਧਿਕਾਰ ਸੀਮਤ ਹਨ, ਯਾਨੀ ਅਸੀਮਤ ਨਹੀਂ ਹਨ। ਇਸ ਦੀ ਵਰਤੋਂ ਦੇ ਨਾਲ ਨਾਲ ਉਚਿਤ ਰੋਕਾਂ ਵੀ ਲਗਾਈਆਂ ਜਾ ਸਕਦੀਆਂ ਹਨ। ਮੌਲਿਕ ਅਧਿਕਾਰਾਂ ਉੱਤੇ ਉਚਿਤ ਰੋਕਾਂ ਲਾਉਣ ਦਾ ਅਧਿਕਾਰ ਭਾਰਤੀ ਸੰਸਦ ਨੂੰ ਦਿੱਤਾ ਗਿਆ ਹੈ। ਬੇਟਾ ਅਗਲੀ ਗੱਲ ਇਹ ਹੈ ਕਿ ਇਹ ਜਿਹੜੇ ਅਧਿਕਾਰ ਆ ਨਾਗਰਿਕ ਅਤੇ ਰਾਜਨੀਤਿਕ ਦੋਨੋਂ ਸਰੂਪਾਂ ਦੇ ਹਨ। ਜਿਵੇਂ ਸੰਘ ਬਣਾਉਣ, ਵਿਚਾਰ ਪ੍ਰਗਟਾਉਣ, ਬਿਨਾਂ ਹਥਿਆਰ ਇਕੱਠੇ ਹੋਣ ਰਾਜਨੀਤਿਕ ਅਧਿਕਾਰਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਸਮਾਨਤਾ ਦਾ ਅਧਿਕਾਰ, ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ ਇਹ ਨਾਗਰਿਕ ਅਧਿਕਾਰ ਹਨ। ਸੰਵਿਧਾਨ ਨਿਰਮਾਤਾਵਾਂ ਨੇ ਆਰਥਿਕ ਅਤੇ ਸਮਾਜਿਕ ਅਧਿਕਾਰਾਂ ਦੀ ਲੋੜ ਨੂੰ ਮਹਿਸੂਸ ਕਰਦੇ ਹੋਏ ਇਹਨਾਂ ਅਧਿਕਾਰਾਂ ਨੂੰ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਅਧੀਨ ਦਰਜ ਕੀਤਾ ਹੈ। ਬੇਟਾ ਸੱਤਵੀਂ ਵਿਸ਼ੇਸ਼ਤਾ ਜਿਹੜੀ ਅਧਿਕਾਰਾਂ ਦੇ ਸਰੂਪ ਨੂੰ ਦੱਸਦੀ ਹੈ ਉਹ ਇਹ ਹੈ ਕਿ ਇਹਨਾਂ ਅਧਿਕਾਰਾਂ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ। ਜਿਹੜੇ ਮਿਲ ਗਏ ਤਾਂ ਮਿਲ ਗਏ। ਵਿਧਾਨ ਮੰਡਲ ਸਧਾਰਨ ਕਾਨੂੰਨ ਪਾਸ ਕਰਨ ਦੀ ਵਿਧੀ ਰਾਹੀਂ ਅਤੇ ਕਾਰਜਪਾਲਿਕਾ ਕਿਸੇ ਆਦੇਸ਼ ਰਾਹੀਂ ਮੌਲਿਕ ਅਧਿਕਾਰਾਂ ਵਿੱਚ ਕੋਈ ਪਰਿਵਰਤਨ ਨਹੀਂ ਕਰ ਸਕਦੀ। ਯਾਨੀ ਜੇ ਐਮਰਜੈਂਸੀ ਲਾਉਂਦੇ ਆ ਤਾਂ ਖਾਸ ਹਾਲਾਤਾਂ 'ਚ ਜਦੋਂ ਇਹ ਸਸਪੈਂਡ ਕੀਤੇ ਜਾਂਦੇ ਮੌਲਿਕ ਅਧਿਕਾਰ, ਉਹ ਖਾਸ ਹਾਲਤਾਂ 'ਚ ਕੀਤੇ ਜਾਂਦੇ ਆ। ਸਧਾਰਨ ਹਾਲਾਤਾਂ 'ਚ ਕਾਨੂੰਨ ਬਣਾ ਕੇ ਇਹਨਾਂ ਦੀ ਉਲੰਘਣਾ ਨਹੀਂ ਹੋ ਸਕਦੀ। ਜੇਕਰ ਵਿਧਾਨ ਮੰਡਲ ਦਾ ਕਾਨੂੰਨ ਜਾਂ ਕਾਰਜਪਾਲਿਕਾ ਦਾ ਆਦੇਸ਼ ਅਜਿਹਾ ਕਰਦਾ ਹੈ ਤਾਂ ਭਾਰਤ ਦੀ ਨਿਆਂਪਾਲਿਕਾ ਅਜਿਹੇ ਕਾਨੂੰਨਾਂ ਜਾਂ ਆਦੇਸ਼ ਨੂੰ ਰੱਦ ਕਰ ਸਕਦੀ ਹੈ। ਲਾਸਟ ਬੇਟਾ ਮੌਲਿਕ ਅਧਿਕਾਰ ਨਿਆਂ ਸੰਗਤ ਹਨ। ਇਹ ਅਧਿਕਾਰ ਕਿਵੇਂ ਨਿਆਂ ਸੰਗਤ ਹਨ ਕਿ ਕੋਈ ਵੀ ਵਿਅਕਤੀ ਉਸਦੇ ਮੌਲਿਕ ਅਧਿਕਾਰਾਂ ਨੂੰ ਲਾਗੂ ਕਰਵਾਉਣ ਲਈ ਅਦਾਲਤ ਵਿੱਚ ਜਾ ਸਕਦਾ ਹੈ। ਅਦਾਲਤ ਦਾ ਦਰਵਾਜ਼ਾ ਖਟਖਟਾਇਆ ਜਾ ਸਕਦਾ ਹੈ ਕਿ ਮੇਰੇ ਅਧਿਕਾਰ ਨੂੰ ਲਾਗੂ ਕੀਤਾ ਜਾਵੇ। ਮੌਲਿਕ ਅਧਿਕਾਰ ਨੂੰ ਲਾਗੂ ਕਰਵਾਉਣ ਲਈ ਅਦਾਲਤ ਵਿੱਚ ਜਾਣ ਦਾ ਅਧਿਕਾਰ ਆਪਣੇ ਆਪ ਵਿੱਚ ਵੀ ਇੱਕ ਮੌਲਿਕ ਅਧਿਕਾਰ ਹੀ ਹੈ। ਇਹ ਫੰਡਾਮੈਂਟਲ ਰਾਈਟ ਇਨਟੂ ਫੰਡਾਮੈਂਟਲ ਰਾਈਟ ਹੈ। ਉਮੀਦ ਹੈ ਬੇਟਾ ਹੁਣ ਤੁਸੀਂ ਆਪਣੇ ਮੌਲਿਕ ਅਧਿਕਾਰਾਂ ਨੂੰ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਵੀ ਇਹ ਕਿਸ ਪ੍ਰਕਿਰਤੀ ਦੇ ਹੁੰਦੇ ਹਨ ਅਤੇ ਇਹਨਾਂ ਦਾ ਲਾਗੂ ਕਰਨ ਦਾ ਕੀ ਮਕਸਦ ਹੈ, ਕਿਉਂ ਆਪਾਂ ਨੂੰ ਇਹ ਮਿਲੇ ਹਨ, ਕਿਉਂ ਇਹਨਾਂ ਪਿੱਛੇ ਸੰਘਰਸ਼ ਹੋਏ ਅਤੇ ਕਿਉਂ ਹੀ ਇਹ ਆਪਾਂ ਆਪਣੇ ਵਿਕਾਸ ਲਈ ਜ਼ਰੂਰੀ ਹਨ। ਠੀਕ ਹੈ ਬੇਟੇ, ਅਗਲਾ ਟੌਪਿਕ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਬਾਏ ਬਾਏ।